ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਖੁਸ਼ਹਾਲ ਸਿੰਘ ਜੀ। ਸੋ ਅਸੀਂ ਅੱਜ ਗੱਲ ਕਰਾਂਗੇ ਜਥੇਦਾਰ ਸਾਹਿਬ ਦੇ ਉੱਪਰ ਤੇ ਜੋ ਪਿਛਲੇ ਦਿਨੀ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਦੇ ਰਿਸ਼ਤੇ ਦੇ ਮੌਕੇ ਉੱਤੇ ਪਹੁੰਚੇ, ਉੱਥੇ ਕੀ ਕੁਝ ਹੋਇਆ ਉਹਦੇ ਉੱਪਰ ਅਸੀਂ ਗੱਲ ਕਰਾਂਗੇ। ਕਿਉਂ ਅਜਿਹਾ ਪੰਥ ਦੇ ਵਿੱਚ ਹੁੰਦਾ ਹੈ, ਜਥੇਦਾਰ ਸਾਹਿਬ ਦੀ ਕੀ ਜ਼ਿੰਮੇਵਾਰੀਆਂ ਨੇ। ਸੋ ਆਓ ਗੱਲ ਕਰਦੇ ਹਾਂ। ਡਾਕਟਰ ਖੁਸ਼ਹਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੋ ਕੁਝ ਪਿਛਲੇ ਦਿਨੀ ਵਾਪਰਿਆ, ਰਾਘਵ ਚੱਡਾ ਦੀ ਤੇ ਪ੍ਰਨੀਤੀ ਚੋਪੜਾ ਦਾ ਰਿਸ਼ਤਾ ਹੋਇਆ, ਉੱਥੇ ਕੀਰਤਨ ਵੀ ਹੋਇਆ, ਸਮਾਗਮ ਹੋਏ ਤੇ ਜਥੇਦਾਰ ਸਾਹਿਬ ਪਹੁੰਚੇ ਤੇ ਕਿਸ ਤਰ੍ਹਾਂ ਪਹੁੰਚੇ, ਕੀ ਕਾਰਨ ਹੈ ਕਿ ਜਥੇਦਾਰ ਸਾਹਿਬ ਸੁਰਖੀਆਂ ਦੇ ਵਿੱਚ ਆ ਗਏ ਨੇ? ਅਸਲ ਵਿੱਚ ਜਥੇਦਾਰ ਸਾਹਿਬ ਐਜ ਏ ਇੰਡੀਵਿਜੂਅਲ ਨਿੱਜੀ ਰੂਪ ਦੇ ਵਿੱਚ ਕਿਸੇ ਵੀ ਸਮਾਜਿਕ ਸਮਾਗਮ ਦੇ ਵਿੱਚ ਜਾ ਸਕਦੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੇ ਨਾ ਹੀ ਕੋਈ ਇਸ ਤਰ੍ਹਾਂ ਉਹਨਾਂ 'ਤੇ ਕੋਈ ਪਾਬੰਦੀ ਹੈ, ਜਾ ਨਹੀਂ ਸਕਦੇ। ਗੱਲ ਇਹ ਹੈ ਕਿ ਪ੍ਰੋਗਰਾਮ ਜਥੇਦਾਰ ਸਾਹਿਬ ਦਾ ਕਿਸ ਸੀਟ 'ਤੇ ਬੈਠੇ ਆ, ਜਿਸ ਉਹ ਆਮ ਵਿਅਕਤੀ ਨਹੀਂ ਹੈਗੇ, ਉਹ ਅਕਾਲ ਤਖਤ ਸਾਹਿਬ ਦੀ ਇੱਕ ਵੱਡੀ ਜਿਹੜੀ ਮਾਨ ਮਰਿਆਦਾ ਵਾਲੀ ਸੀਟ ਹੈ, ਉਹਦੇ 'ਤੇ ਬੈਠੇ ਆ। ਉਹ ਕਿਤੇ ਜਾਂਦੇ ਆ, ਕਿਤੇ ਵੀ ਜਾਂਦੇ ਆ, ਉਹਦਾ ਅਰਥ ਹੈ, ਕੋਈ ਜਾਣ ਦਾ ਮੈਸੇਜ ਜਾਂਦਾ, ਸਿੰਬੋਲਿਕ ਉਹਦੇ ਬੜੇ ਵੱਡੇ ਵੈਲਿਊ ਨੇ। ਦੂਸਰੀ ਗੱਲ ਹੈ ਕਿ ਰਾਘਵ ਚੱਡਾ ਵੀ ਪੰਜਾਬ ਦੇ ਵਿੱਚ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਵੱਡਾ ਨਾਂ ਆ ਤੇ ਪਿਛਲੇ ਸਮੇਂ ਜਿਸ ਤਰ੍ਹਾਂ ਦੀ ਸਿਆਸਤ ਚੱਲੀ ਆ ਉਹਦੇ ਵਿੱਚ ਸਰਗਰਮ ਰਹੇ ਆ। ਬਿਲਕੁਲ। ਤੇ ਉਹਨਾਂ ਦੇ ਹੋਰ ਵੀ ਕ੍ਰਾਸ ਆਫ ਪਾਰਟੀ ਲਾਈਨ ਤੋਂ ਵਿਅਕਤੀ ਜਿਹੜੇ ਆ ਉਹ ਕਈ ਪਰਿਵਾਰਾਂ ਦੇ ਉਹਨਾਂ ਦੇ ਕੋਲ ਆਏ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਲੇਕਿਨ ਵੱਡੀ ਗੱਲ ਹੈ ਜਿਸ ਤਰ੍ਹਾਂ ਪਰ ਸਾਡੇ ਵੱਲੋਂ ਵੀ, ਸਾਡੇ ਸਮਾਜ ਦੇ ਵਿੱਚ ਵੀ ਕਈ ਗੱਲਾਂ ਦਾ ਵੈਸੇ ਇਸ਼ੂ ਰੌਲਾ ਪਾਉਣ ਵਾਲੀ ਵਿਚਾਰ ਲਈਆਂ ਜਾਂਦੀਆਂ। ਜਿੱਥੋਂ ਤੱਕ ਤਾਂ ਉੱਥੇ ਜਾ ਕੇ ਜਾਣ ਦਾ ਗੱਲ ਹੈਗੀ, ਜਿਸ ਤਰ੍ਹਾਂ ਸਪਸ਼ਟੀਕਰਨ ਦਿੱਤਾ ਗਿਆ ਆ ਰਾਗੀ ਸਿੰਘਾਂ ਵੱਲੋਂ, ਤੇ ਇਹ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜੇ ਕੋਈ ਕਿਤੇ ਦਰਬਾਰ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਨਹੀਂ ਹੈਗੀ ਤਾਂ ਉੱਥੇ ਕੋਈ ਕੁਰਸੀਆਂ 'ਤੇ ਬੈਠੇ, ਕੋਈ ਗਦੈਲੇ 'ਤੇ ਬੈਠੇ, ਇਹ ਇਸ਼ੂ ਨਹੀਂ ਹੈਗਾ। ਸਿਰਫ ਇੱਥੇ ਵੱਡਾ ਇਸ਼ੂ ਹੈ ਕਿ ਕੀ ਪੰਜਾਬੀ ਸੱਭਿਆਚਾਰ ਵਿੱਚ, ਪੰਜਾਬੀ ਵਿਰਾਸਤ ਵਿੱਚ, ਸਿੱਖੀ ਵਿਰਾਸਤ ਵਿੱਚ ਕੋਈ ਉਹਨਾਂ ਦੀ ਦੇਣ ਹੈਗੀ ਆ। ਰਾਘਵ ਚੱਡਾ ਦੀ, ਪ੍ਰੀਤੀ ਚੋਪੜਾ ਦੀ, ਉਹਨਾਂ ਨੇ ਕੋਈ ਐਵੇਂ ਦਾ, ਪ੍ਰਨੀਤੀ ਚੋਪੜਾ ਨੇ ਕੋਈ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਹੋਣ ਜਿਹਦੇ ਰਾਹੀਂ ਸਿੱਖਾਂ ਦੀਆਂ ਸਮੱਸਿਆਵਾਂ ਪੇਸ਼ ਕੀਤੀਆਂ ਹੋਣ, ਸਮਾਜ ਦੇ ਵਿੱਚ ਸਿੱਖਾਂ ਦੀ ਜਿਹੜੀ ਸੰਕਟ ਹੈਗਾ ਆ ਇਸ ਸਮੇਂ, ਪੰਜਾਬ ਦਾ ਸੰਕਟ ਹੈ, ਉਹਦੇ ਪ੍ਰਤੀ ਕੋਈ ਕੰਟਰੀਬਿਊਸ਼ਨ ਕੀਤੀ ਹੋਵੇ, ਇਸ ਤਰ੍ਹਾਂ ਦਾ ਕੋਈ ਸਾਡੇ ਸਾਹਮਣੇ ਉਸ ਤਰ੍ਹਾਂ ਦਾ ਰਿਕਾਰਡ ਹੈ ਨਹੀਂ ਗਾ। ਹੁਣ ਜਥੇਦਾਰ ਸਾਹਿਬ ਜਾਂਦੇ ਆ, ਉੱਥੇ ਸ਼ਾਮਲ ਹੁੰਦੇ ਆ ਤੇ ਉਹਦੇ ਨਾਲ ਕਈ ਗੱਲਾਂ ਹੋਰ ਜਿਹੜੀਆਂ ਉੱਭਰ ਕੇ ਆਉਂਦੀਆਂ ਨੇ, ਜਿੱਥੇ ਉਹਨਾਂ ਦੀ ਹਾਜ਼ਰੀ ਹੋਣੀ ਹੁੰਦੀ ਹੈ। ਪਿਛਲੇ ਦਿਨ ਫਤਿਹ ਦਿਵਸ ਮਨਾਇਆ ਗਿਆ ਆ। ਬਿਲਕੁਲ ਜੀ। ਔਰ ਜਥੇਦਾਰ ਸਾਹਿਬ ਜਿਹੜੇ ਅੰਮ੍ਰਿਤਸਰ ਤੋਂ ਅਕਾਲ ਤਖਤ ਤੋਂ ਬਰਗਾੜੀ ਤੱਕ ਸਫ਼ਰ ਕਰਦੇ ਆ ਹਫ਼ਤੇ 'ਚ ਇੱਕ ਦੋ ਵਾਰੀ, ਉਹ ਕਦੀ ਵੀ ਬਰਗਾੜੀ 'ਚ ਨਹੀਂ ਰੁਕੇ। ਬਿਲਕੁਲ। ਜਿੱਥੇ ਸੁਖਰਾਜ ਸਿੰਘ ਪਿਛਲੇ 2 ਸਾਲਾਂ ਤੋਂ ਇੱਕ ਧਰਨੇ 'ਤੇ ਬੈਠੇ ਨੇ। ਬਿਲਕੁਲ। ਤੇ ਜਿਹੜੇ ਸਿੱਖਾਂ ਦੇ ਇਸ਼ੂ ਹੁੰਦੇ ਆ ਜਾਂ ਸਿੱਖਾਂ ਦੇ ਨਾਲ ਸੰਬੰਧਿਤ ਹੈਗੇ ਸਿੱਖ ਸਮਾਜ ਦੇ, ਜਥੇਦਾਰ ਦਾ ਜਿੱਥੇ ਡਿਊਟੀ ਬਣਦੀ ਆ ਉੱਥੇ ਉਹ ਨਹੀਂ ਪਹੁੰਚੇ। ਯਾਨੀ ਕਿ ਧਾਰਮਿਕ ਸਮਾਗਮਾਂ ਵਿੱਚ ਜਿੱਥੇ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਨਹੀਂ ਨਿਭਾ ਰਹੇ ਸਹੀ ਤਰ੍ਹਾਂ। ਬਿਲਕੁਲ। ਉੱਥੇ ਮਤਲਬ ਜਿੱਥੇ ਜਾਣਾ ਬਣਦਾ ਸੀ, ਇੱਥੇ ਉਹਨਾਂ ਵੱਲੋਂ ਤੇ ਜਿਹੜੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਰਣਜੀਤ ਸਿੰਘ ਵੱਲੋਂ ਉੱਥੇ ਹਾਜ਼ਰੀ ਭਰੀ ਗਈ ਹੈ। ਉੱਥੇ ਮਰਿਆਦਾ ਕਿਵੇਂ ਦੀ ਸੀ, ਇਹ ਜਿਹੜੀਆਂ ਸੈਕੰਡਰੀ ਗੱਲਾਂ ਨੇ, ਕੋਈ ਬਹੁਤਾ ਅਰਥ ਨਹੀਂ ਰੱਖਦੀਆਂ। ਪਰੰਤੂ ਇਹ ਹੈ ਕਿ ਉਹ ਆਪਣੇ ਆਪ ਜਥੇਦਾਰ ਸਾਹਿਬ ਦਾ ਉੱਥੇ ਹਾਜ਼ਰ ਹੋਣਾ, ਜਿਸ ਤਰ੍ਹਾਂ ਫਿਰ ਅਕਾਲੀ ਦਲ ਨੇ ਵੀ ਰਿਐਕਟ ਕੀਤਾ ਹੈਗਾ, ਉਹਨਾਂ ਦੇ ਵੀ ਕੁਝ ਜਿਹੜੇ ਵਿੱਚੋਂ ਇਵੇਂ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਨੇ। ਤੇ ਜਥੇਦਾਰ ਸਾਹਿਬ ਨੇ ਪਹਿਲੇ ਵੀ ਬਿਆਨ ਬਹੁਤ ਦਿੰਦੇ ਆ ਉਹ। ਬਿਲਕੁਲ ਜੀ। ਪਰ ਆਪਣੇ ਬਿਆਨ ਉੱਤੇ ਕਦੀ ਪਹਿਰਾ ਨਹੀਂ ਦਿੰਦੇ, ਦਿੱਤੇ ਹੋਏ ਬਿਆਨ ਦੀ ਨਾ ਹੀ ਪੈਰਵੀ ਕਰਦੇ ਆ। ਜਿਸ ਤਰ੍ਹਾਂ ਉਹਨਾਂ ਨੇ ਕਿੰਨਾ ਸਾਲ ਤੋਂ ਉੱਪਰ ਹੋ ਗਿਆ ਆ ਹੁਣ ਤਾਂ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਚੈਨਲ ਜਿਹੜਾ ਹੈ ਬੰਦ ਕਰਕੇ ਨਵਾਂ ਚੈਨਲ ਸ਼ੁਰੂ ਕਰੋ। ਬਿਲਕੁਲ। ਤੇ ਆਪਣਾ ਚੈਨਲ ਸ਼ੁਰੂ ਕਰੋ। ਹਾਲੇ ਤੱਕ ਉਹਦਾ ਕੋਈ ਪੈਰਵਾਈ ਨਹੀਂ ਹੋਈ। ਜਥੇਦਾਰ ਸਾਹਿਬ ਨੇ ਲੋਕਾਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹਿੰਦੇ ਆ ਕਿ ਸਾਨੂੰ ਨੌਜਵਾਨ ਵੱਧ ਤੋਂ ਵੱਧ ਹਥਿਆਰਾਂ ਦੀ ਟ੍ਰੇਨਿੰਗ ਲੈਣ, ਲਾਇਸੈਂਸੀ ਹਥਿਆਰ ਬਣਾਉਣ। ਉਹਨਾਂ ਦੇ ਉਸ ਹੁਕਮ ਦਾ ਕੀ ਬਣਿਆ, ਹਾਲੇ ਕੋਈ ਕੀ ਅਮਲੀ ਰੂਪ 'ਚ ਲਾਗੂ ਹੋਇਆ? ਬਿਲਕੁਲ। ਇਹਦੇ ਨਾਲ ਇੱਕ ਜਿਹੜਾ ਦਮਦਮਾ ਸਾਹਿਬ ਦੇ ਵਿੱਚ ਪੱਤਰਕਾਰਾਂ ਦੀ ਮੀਟਿੰਗ ਸੱਦੀ ਗਈ ਸੀ, ਉਹਦੇ ਵਿੱਚ ਵੀ ਅੱਜ ਤੱਕ ਕੋਈ ਸਾਹਮਣੇ ਨਹੀਂ ਆਇਆ। ਬਿਲਕੁਲ ਉਹਨਾਂ ਨੇ ਅਗਲੀ ਮੀਟਿੰਗ ਬੁਲਾਈ ਨਹੀਂ। ਉਸ ਦਿਨ ਬੜੇ ਇਸ ਤਰ੍ਹਾਂ ਮੈਸੇਜ ਦਿੱਤਾ ਜਾ ਰਿਹਾ ਸੀ ਕਿ ਜਥੇਦਾਰ ਬੜੇ ਸਿਰਦ ਨੇ, ਬਹੁਤ ਛੇਤੀ ਕਰ ਲੈਣਗੇ, ਪਰ
ਉਹ ਜਿਹੜਾ ਬਾਅਦ ਵਿੱਚ ਜਦੋਂ ਵਕਤ ਆਉਂਦਾ ਕੋਈ ਅਮਲੀ ਰੂਪ ਦੇ ਵਿੱਚ ਤਾਂ ਉੱਥੋਂ ਫਿਰ ਉਹ ਸਾਈਡ ਤੇ ਟਰੈਕ ਕਰ ਜਾਂਦੇ ਹੈਗੇ ਆ। ਤੇ ਡਾਕਟਰ ਖੁਸ਼ਹਾਲ ਸਿੰਘ ਜੀ, ਇਸ ਤੋਂ ਅੱਗੇ ਅਸੀਂ ਹੋਰ ਇਸ ਗੱਲ ਨੂੰ ਅੱਗੇ ਲੈ ਕੇ ਚੱਲੀਏ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਤੇ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਜਾਣਨੀ ਚਾਹੁੰਦਾ ਤੇ ਅਸੀਂ ਲੋਕਾਂ ਨੂੰ ਇਹ ਜ਼ਰੂਰ ਦੱਸੀਏ, ਦਰਸ਼ਕਾਂ ਨੂੰ, ਕਿ ਇਸ ਤੋਂ ਪਹਿਲਾਂ ਜਥੇਦਾਰਾਂ ਦਾ ਕਿਸ ਤਰ੍ਹਾਂ ਦਾ ਰੁਤਬਾ ਰਿਹਾ ਆ, ਕਿਸ ਤਰ੍ਹਾਂ ਉਹ ਵਿਚਰਦੇ ਰਹੇ ਨੇ, ਜੇ ਕਿਤੇ ਸਮਾਜਿਕ ਜਾਂ ਧਾਰਮਿਕ ਸਮਾਗਮਾਂ ਜਾਂਦੇ ਕਿਸ ਤਰ੍ਹਾਂ ਜਾਂਦੇ ਸੀ? ਤੇ ਗੱਲ ਤਾਂ ਹੈ ਕਿ ਜਥੇਦਾਰ ਸਾਹਿਬ ਦਾ ਜਿਸ ਤਰ੍ਹਾਂ ਦਾ ਅਸੀਂ ਬਣਾ ਲਿਆ ਹੈਗਾ ਆ, ਐਕਚੁਅਲੀ ਜਥੇਦਾਰ ਅਕਾਲ ਤਖਤ ਦੇ ਜਦੋਂ ਇਹ ਆਏ ਜਥੇਦਾਰ ਅਕਾਲ ਤਖਤ ਤੇ ਜਥੇਦਾਰ ਲਾਉਣ ਦਾ ਜਿਹੜਾ ਸਿਸਟਮ ਹੈ ਉਹ 1952 ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਸ਼੍ਰੋਮਣੀ ਕਮੇਟੀ ਨੇ ਆਪਣੇ ਲੋੜਾਂ ਤੋਂ। ਇਸ ਤੋਂ ਪਹਿਲਾਂ ਜਥੇਦਾਰ ਜ਼ਰੂਰ ਹੈ ਪਰ ਅਕਾਲ ਤਖਤ ਦੇ ਜਥੇਦਾਰ ਨਹੀਂ। ਜਿਹੜੇ ਅਕਾਲੀ ਫੂਲਾ ਸਿੰਘ ਅਕਾਲੀ ਜਿਹੜੀ ਮਿਸਲ ਸੀ ਉਹਦੇ ਜਥੇਦਾਰ ਸੀ, ਨਾ ਕਿ ਤੇ ਹੁਣ ਜਿਹੜਾ ਜਥੇਦਾਰ ਜਦੋਂ ਇਹਨਾਂ ਨੇ ਸਰਬਰਾ ਸ਼ਬਦ ਹੈਗਾ ਆ, ਸਰਬਰਾ ਹੈਡ ਗ੍ਰੰਥੀ, ਇੱਕ ਸਾਨੂੰ ਸਮਝ ਲਵੇ ਮੇਜਰ ਸਿੰਘ ਜੀ, ਜਿਹੜਾ ਅਕਾਲ ਤਖਤ ਹੈ ਇਹ ਆਮ ਗੁਰਦੁਆਰਾ ਨਹੀਂ ਹੈ ਬਿਲਕੁਲ, ਪਰੰਤੂ ਸ਼੍ਰੋਮਣੀ ਕਮੇਟੀ ਜਿਹੜੇ ਹੋਰ ਕਾਫੀ ਸਮੇਂ ਤੋਂ ਇਸ ਕੋਸ਼ਿਸ਼ ਵਿੱਚ ਨੇ ਕਿ ਉਹਨੂੰ ਆਮ ਗੁਰਦੁਆਰਾ ਬਣਾ ਦਿੱਤਾ ਜਾਵੇ। ਜੇ ਤੁਸੀਂ ਆਮ ਗੁਰਦੁਆਰਾ ਬਣਾ ਦੋਗੇ ਅਕਾਲ ਤਖਤ ਨੂੰ ਤਾਂ ਫਿਰ ਉਹ ਕੀ ਹੋਏਗਾ, ਫਿਰ ਤਾਂ ਉੱਥੇ ਗ੍ਰੰਥੀ ਹੋਏਗਾ ਨਾ। ਜੇ ਉੱਥੇ ਤੁਸੀਂ ਉਹ ਅਕਾਲ ਤਖਤ ਦੀ ਵੱਖਰੀ ਹੋਣ ਤੇ ਹਸਤੀ ਕਰਨੀ, ਹੁਣ ਤੁਸੀਂ ਜਾ ਕੇ ਦੇਖੋ ਅਕਾਲ ਤਖਤ ਦੇ ਪਿੱਛੇ ਜਿਸ ਤਰ੍ਹਾਂ ਇਹਨਾਂ ਨੇ ਕਮਰੇ ਛੋਟੇ ਛੋਟੇ ਬਣਾ ਕੇ ਉੱਥੇ ਅਖੰਡ ਪਾਠ ਕਰਨੇ ਵੱਖ ਵੱਖ ਲੋਕਾਂ ਦੇ ਸ਼ੁਰੂ ਕਰ ਦਿੱਤੇ ਆ, ਤਾਂ ਇਹਨਾਂ ਨੇ ਉਸ ਨੂੰ ਗੁਰਦੁਆਰੇ ਦਾ ਇੱਕ ਰੂਪ ਦੇਣਾ ਹੀ ਸ਼ੁਰੂ ਕਰ ਦਿੱਤਾ ਹੈ। ਅਕਾਲ ਤਖਤ ਗੁਰਦੁਆਰਾ ਕੇਵਲ ਗੁਰਦੁਆਰਾ ਨਹੀਂ, ਉਹ ਗੁਰਦੁਆਰੇ ਤੋਂ ਬਹੁਤ ਵੱਡੀ ਚੀਜ਼ ਹੈਗੀ ਆ। ਸੋ ਇਸ ਕਰਕੇ ਜਥੇਦਾਰ ਸਾਹਿਬ ਜਿਹੜੇ ਤੁਸੀਂ ਪੁੱਛਿਆ ਹੈਗਾ ਕਿਸ ਤਰ੍ਹਾਂ ਰਹੇ ਆ, ਜਥੇਦਾਰ ਉੱਥੇ ਪੌਰਾਸ ਜੀ ਰਹੇ ਆ। 78 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੋਇਆ ਸੀਗਾ, ਉਸ ਵਕਤ ਇੱਕ ਹੁਕਮਨਾਮਾ ਜਾਰੀ ਕਰਨਾ ਸੀ ਕੌਮ ਦੇ ਨਾਂ 'ਤੇ ਨਿਰੰਕਾਰੀਆਂ ਦੇ ਵਿਰੁੱਧ ਬਾਈਕਾਟ ਦਾ, ਅਤੇ ਉਸ ਵਕਤ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ। ਉਸ ਵਕਤ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਬੈਠਿਆ ਔਰ ਸਿੱਖ ਜਿਹੜੇ ਧਰਮ ਦੇ ਉਸ ਵਕਤ ਵਿਦਵਾਨ ਸੀ ਉਹਨਾਂ ਨੂੰ ਬੁਲਾਇਆ ਗਿਆ, ਸਰਦਾਰ ਕਪੂਰ ਸਿੰਘ ਵਰਗੇ ਬੰਦੇ ਸੀਗੇ ਜਿਨ੍ਹਾਂ ਤੋਂ ਡਰਾਫਟ ਕਰਾਇਆ ਗਿਆ, ਅਤੇ ਜਥੇਦਾਰ ਸਾਹਿਬ ਨੇ ਸਿਰਫ ਅਨਾਊਂਸ ਕੀਤਾ ਸੀਗਾ, ਇਕੱਲੇ ਜਥੇਦਾਰ ਨੇ ਅਨਾਊਂਸ ਕੀਤਾ ਸੀ, ਬਾਕੀ ਤਖਤਾਂ ਦੀ ਵੀ ਲੋੜ ਨਹੀਂ ਸੀ। ਕਿਉਂਕਿ ਜੇ ਤੁਸੀਂ ਸਾਰੇ ਪੰਥ ਦੀਆਂ ਦੇ ਵਿੱਚੋਂ ਸਲਾਹ ਕਰਕੇ ਕੋਈ ਹੁਕਮਨਾਮਾ ਜਾਰੀ ਕਰੋਗੇ ਉਹਦੇ ਉੱਤੇ ਫਿਰ ਜ਼ਿਆਦਾ ਪਹਿਰੇਦਾਰੀ ਹੋ ਸਕਦੀ ਆ। ਸੋ ਜਥੇਦਾਰ ਬਹੁਤ ਜਿਹੜੇ ਰਹੇ ਆ ਉੱਚੇ ਸਥਾਨ ਦੇ ਰਹੇ ਆ, ਉਹਨਾਂ ਦਾ ਇੱਕ ਧਾਰਮਿਕ ਔਰਾ ਰਿਹਾ ਆ, ਉਹਦੇ ਵਿੱਚ ਉਹ ਐਕਟਿਵ ਹੀ ਰਹੇ ਆ, ਉਹਨਾਂ ਨੂੰ ਰਿਸਪੈਕਟ। ਜਥੇਦਾਰ ਸਾਹਿਬ ਜਿਹੜੇ ਆ ਉਹ ਜਾਣ, ਜਿਹੜੇ ਇੰਟਰਨੈਸ਼ਨਲ ਧਰਮ ਦੀਆਂ ਕਾਨਫਰੰਸ ਹੁੰਦੀਆਂ ਨੇ, ਡਿਬੇਟ ਹੁੰਦੀਆਂ ਨੇ, ਉਹਦੇ ਵਿੱਚ ਹਿੱਸਾ ਲੈਣ, ਉਹ ਕੋਈ ਗੱਲ ਨਹੀਂ। ਪਰ ਜਥੇਦਾਰ ਸਾਹਿਬ ਜੇਕਰ ਮੰਗਣੀਆਂ ਦੀ ਵਿਆਹ ਮੰਗਣੀਆਂ ਦੇ ਪ੍ਰੋਗਰਾਮ ਅਟੈਂਡ ਕਰਨ ਲੱਗਣਗੇ ਤਾਂ ਉਹਦੇ ਉੱਤੇ ਬਹੁਤ ਪ੍ਰੋਬਲਮ ਹੋ ਜਾਏਗੀ, ਕਿਉਂਕਿ ਜਥੇਦਾਰ ਸਾਹਿਬ ਦਾ ਦੂਸਰਾ ਪੱਖ ਹੈਗਾ ਕਿ ਜਥੇਦਾਰ ਸਾਹਿਬ ਜਿੱਥੇ ਆਉਂਦੇ ਆ, ਜਿਹੜਾ ਇਲਾਕਾ ਆ, ਉੱਥੇ ਬਹੁਤ ਚਿਰ ਤੋਂ ਜਿਹੜੇ ਆ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਆ। ਬਿਲਕੁਲ ਜੀ। ਅਤੇ ਪੀੜਤ ਪਰਿਵਾਰ ਹੈ। ਜਥੇਦਾਰ ਸਾਹਿਬ ਕਦੀ ਵੀ ਉਹਨਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਜੇ ਤੱਕ ਆਪਣੇ ਟੈਨੋਰ 'ਚ ਨਹੀਂ ਗਏ ਕਿ ਉਹ ਜਿਹੜੇ ਉਹ ਸਿੱਖ ਨਹੀਂ ਹੈਗੇ, ਬਿਲਕੁਲ, ਜਾਂ ਉਹਨਾਂ ਦੇ ਦੁੱਖ ਕੌਣ ਵੰਡਾਏਗਾ। ਸੋ ਇਹ ਜਥੇਦਾਰ ਸਾਹਿਬ ਨੂੰ ਚਾਹੀਦਾ ਹੈਗਾ ਆ ਕਿ ਗੁਰੂ ਦਾ ਸਿਧਾਂਤ ਆ ਜਿਹੜਾ ਉਹ ਜਿਹੜੇ ਵਿਕਟਮ ਹੈ, ਪੀੜਤ ਨੇ, ਉਹਨਾਂ ਨਾਲ ਆਖਣ ਦਾ ਸਾਨੂੰ ਦਿੰਦਾ, ਨਾ ਕਿ ਜਿਹੜਾ ਕੋਲ ਰਾਜ ਭਾਗ ਹੈ ਉਹ ਤਾਂ ਉਹਨਾਂ ਕੋਲ ਜਾਣ ਵਾਲੇ ਬਹੁਤ ਸਾਰੇ ਬੰਦੇ ਜਿਹੜੇ ਚਲੇ ਜਾਣਗੇ। ਪਰੰਤੂ ਨਾਲ ਹੀ ਨਾਲ ਅਸੀਂ ਦੂਸਰੇ ਪਾਸੇ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਜਿਹੜੇ ਇਹ ਲੋਕ ਨੇ, ਭਾਵੇਂ ਫਿਲਮਾਂ ਨਾਲ ਜੁੜੇ ਹੋਏ ਆ, ਇਹ ਆਪਣੇ ਜਿਹੜੇ ਆ ਸਾਰੇ ਕਾਰ ਵਿਹਾਰ ਹੈ, ਸਮਾਜਿਕ ਕਾਰ ਵਿਹਾਰ ਹੈ, ਗੁਰਮਤਿ ਅਨੁਸਾਰ ਜਾਂ ਗੁਰੂ ਦੇ ਆਸਰੇ ਓਟ ਆਸਰਾ ਲੈਂਦੇ ਹੈਗੇ ਆ। ਅਸੀਂ ਇਹਨਾਂ ਨੂੰ ਉਤਸ਼ਾਹਿਤ ਵੀ ਕਰਨਾ ਚਾਹੁੰਦੇ ਹਾਂ ਵੀ ਇਹ ਗੱਲ ਹੋਣੀ ਚਾਹੀਦੀ ਹੈ। ਲੇਕਿਨ ਉੱਥੇ ਜਥੇਦਾਰ ਸਾਹਿਬ ਦਾ ਜਾਣਾ ਕੋਈ ਜ਼ਰੂਰੀ ਨਹੀਂ ਹੈਗਾ। ਜਥੇਦਾਰ ਸਾਹਿਬ ਨੇ ਜਾ ਕੇ ਐਵੇਂ ਉਹਦੇ ਉੱਤੇ ਨਵਾਂ ਵਿਵਾਦ ਖੜਾ ਕੀਤਾ ਆ, ਇਹ ਤੋਂ ਬਚਿਆ ਜਾ ਸਕਦਾ ਸੀ। ਖੁਸ਼ਹਾਲ ਸਿੰਘ ਜੀ, ਇੱਕ ਇਹ ਵੀ ਸਵਾਲ ਬੜਾ ਉੱਠ ਰਿਹਾ ਕਿ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੋਈ ਸਿਆਸੀ ਲੀਡਰ ਆਉਂਦੇ ਨੇ ਤਾਂ ਜਿਹੜੀ ਉਹਨਾਂ ਦੀ ਸਿਕਿਉਰਿਟੀ ਹੁੰਦੀ ਆ ਉਹ ਵੀ ਅੰਦਰ ਤੱਕ ਜਾਂਦੀ ਆ, ਉਹਨਾਂ ਦੇ ਨਾਲ ਜਾਂਦੀ ਆ। ਪਰ ਜਦੋਂ ਜਥੇਦਾਰ ਸਾਹਿਬ ਉੱਥੇ ਗਏ ਨੇ ਤੇ CM ਦੀ ਗੱਡੀ ਤਾਂ ਅੰਦਰ ਜਾਂਦੀ ਹੈ, ਪਰ ਜਥੇਦਾਰ ਸਾਹਿਬ ਦੀ ਗੱਡੀ ਬਾਹਰ ਰੋਕ ਲਈ ਜਾਂਦੀ ਆ। ਉਹਨਾਂ ਦੀ ਜਿਹੜੀ ਸਿਕਿਉਰਿਟੀ ਆ CRP ਉਹ ਵੀ ਬਾਹਰ ਰਹਿੰਦੀ ਹੈ, ਜਥੇਦਾਰ ਸਾਹਿਬ ਇਕੱਲੇ ਅੰਦਰ ਜਾਂਦੇ ਨੇ। ਸੋ ਇਹ ਕਿਸ ਪਾਸੇ ਨੂੰ ਲੈ ਕੇ ਜਾਂਦੀ, ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਸਰਬ ਉੱਚ ਹੈ, ਉਹ ਸੁਪਰੀਮ ਹੈ ਸਾਡੀ, ਤੇ ਫਿਰ ਜਥੇਦਾਰ ਦਾ ਇਸ ਤਰ੍ਹਾਂ ਦਾ ਉੱਥੇ ਵਿਹਾਰ ਹੋਣਾ ਜਥੇਦਾਰ ਨਾਲ ਤਾਂ ਕੀ ਸਾਬਤ ਕਰਦਾ ਹੈ? ਕੀ ਦੇਖੋ, ਜਥੇਦਾਰ ਸਾਡੇ ਲਈ ਸੁਪਰੀਮ ਹੈ। ਜਿਹੜੀ ਦੇਸ਼ ਦੀ ਸਿੱਖਿਆ ਏਜੰਸੀ ਹੈ, ਜਿਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ,
ਉਹਦੇ ਵਾਸਤੇ ਨਹੀਂ, ਉਹਦੇ ਵਾਸਤੇ ਤਾਂ ਸੀਐਮ ਜਿਹੜਾ ਰੱਖਦਾ ਹੈਗਾ ਆ, ਅਤੇ ਉਹਦਾ ਪ੍ਰੋਟੋਕਾਲ ਹੈ, ਉਸ ਪ੍ਰੋਟੋਕਾਲ ਵਿੱਚ ਅਲਾਉਡ ਨਹੀਂ ਹੈਗਾ ਜਥੇਦਾਰ ਕੋਈ ਤਖਤ ਦਾ ਹੋਵੇ ਜਾਂ ਹੋਵੇ ਉਹਨਾਂ ਨੂੰ ਉਹ ਇਸ ਤਰ੍ਹਾਂ ਉਹ ਸਹੂਲਤਾਂ ਦੇ ਸਕਣ ਜਿਹੜੀਆਂ ਸੀਐਮ ਨੂੰ ਦੇਣੀਆਂ ਨੇ। ਅਤੇ ਮੈਨੂੰ ਲੱਗਦਾ ਜਥੇਦਾਰ ਨੂੰ ਕੰਪੇਅਰ ਵੀ ਨਹੀਂ ਕਰਨਾ ਚਾਹੀਦਾ ਇਹਦੇ ਨਾਲ, ਕਿਉਂਕਿ ਜਥੇਦਾਰ ਆਮ ਲੋਕਾਂ ਦਾ ਉਹਨਾਂ ਨੂੰ ਕੋਈ ਡਰ ਵੀ ਹੈ ਨੀਗਾ, ਉਹਨਾਂ ਨੇ ਤਾਂ ਸੰਗਤਾਂ 'ਚ ਵਿਚਰਨਾ ਆ, ਅਤੇ ਉਹ ਜਿਹੜੇ ਵਿਅਕਤੀ ਜਿਹੜੇ ਰਾਜਨੀਤਿਕ ਵਿਅਕਤੀ ਨੇ ਉਹਨਾਂ ਦੇ ਕਈ ਕਿਸਮ ਦੀਆਂ ਜਿਹੜੀਆਂ ਕੰਪਲੀਕੇਸ਼ਨ ਹੈਗੀਆਂ ਨੇ, ਜਿਸ ਕਰਕੇ ਉਹਨਾਂ ਨੂੰ ਸਿਕਿਉਰਿਟੀ ਦਾ ਸਾਰਾ ਧਿਆਨ ਰੱਖ, ਕਿਉਂਕਿ ਜਿਸ ਕਿਸਮ ਦੀ ਜਿਸ ਵੱਡੀ ਸਿਕਿਉਰਿਟੀ ਹੈ ਉੱਥੇ ਜਿਹੜੀਆਂ ਏਜੰਸੀਆਂ ਨੇ ਉਹ ਕਈ ਵਾਰੀ ਉਹਨਾਂ ਦੀ ਵੀ ਨਹੀਂ ਮੰਨਦੀਆਂ, ਕਿਉਂਕਿ ਉਹਨਾਂ ਨੇ ਦੀ ਜ਼ਿੰਮੇਵਾਰੀ ਆ ਉਹਨਾਂ ਦੀ ਰੱਖਿਆ ਕਰਨਾ। ਸੋ ਇਸ ਵਾਸਤੇ ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ ਸੀਗਾ ਕਿ ਉੱਥੇ ਅਵਾਇਡ ਕੀਤਾ ਜਾ ਸਕਦਾ, ਅਵਾਇਡ ਕਰਨਾ ਚਾਹੀਦਾ ਸੀ ਉੱਥੇ। ਸੋ ਆਪਣਾ ਜਿਹੜਾ ਕਿ ਸਮਾਂ ਹੁੰਦਾ ਜਾ ਰਿਹਾ, ਪਰ ਜਿਹੜੀਆਂ ਗੱਲਾਂ ਬਹੁਤ ਨੇ, ਅਤੇ ਜਥੇਦਾਰ ਸਾਹਿਬ ਨੂੰ ਜੇ ਹੁਣ ਅਸੀਂ ਗੱਲ ਕਰੀਏ ਕਿ ਜਿਵੇਂ ਗੱਲ ਚੱਲੀ ਸੀਗੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਇੱਕ ਆਪਣਾ ਵੱਖਰਾ ਚੈਨਲ ਸ਼ੁਰੂ ਕਰੇ, ਕਿਉਂਕਿ ਪੀਟੀਸੀ ਦੇ ਉੱਪਰ ਕਾਫੀ ਜਿਹੜੀ ਆ ਕਿ ਉਸ ਟਾਈਮ ਉਂਗਲ ਚੱਕੀ ਗਈ ਹੈ ਅਤੇ ਔਰ ਅੱਜ ਵੀ ਜਿਹੜੀ ਆ ਚੱਕੀ ਜਾ ਰਹੀ ਹੈ। ਸੋ ਇਹ ਵੀ ਗੱਲ ਕਹੀ ਜਾਂਦੀ ਸੀ ਕਿ ਜਿਹੜਾ ਇੱਕ ਬਾਦਲ ਪਰਿਵਾਰ ਹੈ ਉਹਦੇ ਦਬਾਅ ਦੇ ਥੱਲੇ ਜਿਹੜੇ ਆ ਕਿ ਜਥੇਦਾਰ ਸਾਹਿਬ ਸਭ ਕੁਝ ਕਰਦੇ ਨੇ, ਪਰ ਹੁਣ ਜਥੇਦਾਰ ਸਾਹਿਬ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਚੈਨਲ ਵੀ ਨਹੀਂ ਹਜੇ ਤੱਕ ਸ਼ੁਰੂ ਹੋਇਆ। ਜਿਹੜੀ ਪੱਤਰਕਾਰਾਂ ਦੀ ਮੀਟਿੰਗ ਕੀਤੀ ਗਈ ਸੀ ਉਸ 'ਤੇ ਦੁਬਾਰਾ ਕੋਈ ਗੱਲਬਾਤ ਨਹੀਂ ਹੋਈ, ਚਾਹੇ ਭਾਈ ਅਮਰਪਾਲ ਸਿੰਘ ਦਾ ਵੀ ਮਾਮਲਾ ਹੋਵੇ ਉਹਦੇ ਉੱਪਰ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਹਜੇ ਤੱਕ ਜਥੇਦਾਰ ਸਾਹਿਬ ਉਹਨਾਂ ਦੇ ਪਰਿਵਾਰ ਨਾਲ ਵੀ ਨਹੀਂ ਜਾ ਕੇ ਇੱਕ ਵਾਰ ਕੋਈ ਗੱਲਬਾਤ ਕੀਤੀ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਕਿੱਧਰ ਨੂੰ ਲੈ ਕੇ ਜਾਂਦੇ ਨੇ, ਅਤੇ ਜਥੇਦਾਰ ਸਾਹਿਬ ਨੂੰ ਅੱਗੇ ਤੋਂ ਕਿਵੇਂ ਸੁਚੇਤ ਹੋਣਾ ਚਾਹੀਦਾ, ਜਾਂ ਫਿਰ ਅੱਗੇ ਕਿਸ ਤਰ੍ਹਾਂ ਦੀ ਜਥੇਦਾਰ ਹੋਣਾ ਚਾਹੀਦਾ ਜਿਹੜਾ ਕੌਮ ਦੀ ਵਾਗਡੋਰ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੇ। ਦੇਖੋ ਜੀ, ਗੱਲ ਤਾਂ ਇੱਕ ਤਾਂ ਇਹ ਹੈ ਕਿ ਹੁਣ ਇਹਦੇ ਪ੍ਰਤੀਕਰਮ ਅਕਾਲੀ ਦਲ ਦੇ ਲੀਡਰ ਕਹਿੰਦੇ ਆ ਕਿ ਸਾਡੇ ਦਿਲ ਨੂੰ ਬੜੀ ਠੇਸ ਪਹੁੰਚੀ ਹੈ, ਅਤੇ ਉਹਨਾਂ ਦੀ ਸੰਵੇਦਨਸ਼ੀਲਤਾ ਕੰਮ ਕਰਨ ਲੱਗੀ ਹੈ, ਅਤੇ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੂੰ ਠੇਸ ਪਹੁੰਚੀ ਹੈ। ਹਾਲਾਂਕਿ ਉਹਨਾਂ ਨੂੰ ਉਸ ਸਮੇਂ ਠੇਸ ਨਹੀਂ ਪਹੁੰਚਦੀ ਜਦੋਂ ਬਰਗਾੜੀ ਦੇ ਵਿੱਚ ਸਾਰਾ ਕਾਂਡ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਔਰ ਸੀਐਮ ਉਸ ਵਕਤ ਦਾ ਸੀਐਮ ਉਹਨਾਂ ਨੂੰ ਆਪਣੇ ਘਰ ਸੱਦ ਕੇ ਉਹਨਾਂ ਨੂੰ ਮਾਫੀ ਦੇ ਹੁਕਮਨਾਮੇ ਜਾਰੀ ਕਰਾਉਂਦਾ ਆ। ਜਦੋਂ ਇਸ ਪੱਧਰ 'ਤੇ ਜਿਹੜੇ ਤਖਤਾਂ ਦੀ ਕਾਰਜਕਾਰੀ ਚਲੀ ਜਾਏਗੀ ਤਾਂ ਉਹਦੀ ਜਿਹੜੀ ਮਾਨ ਮਰਿਆਦਾ ਆ, ਭਰੋਸੇਯੋਗਤਾ ਆ, ਉਹ ਤਾਂ ਦਾਅ 'ਤੇ ਲੱਗੇਗੀ। ਹੁਣ ਜਿਹੜਾ ਆ, ਕਿਉਂਕਿ ਇਲੈਕਸ਼ਨ ਹੋਈ ਜਲੰਧਰ ਦੇ ਵਿੱਚ, ਉਹਨੇ ਦੱਸ ਦਿੱਤਾ ਕਿ ਅਕਾਲੀ ਦਲ ਦਾ ਜਿਹੜਾ ਹੋਂਦ ਹੈ ਜਾਂ ਸਰਵਾਈਵਲ ਹੈ ਉਹ ਹਾਲੇ ਨੇੜੇ ਹੁੰਦਾ ਲੱਗ ਨਹੀਂ ਰਿਹਾ, ਕਿਉਂਕਿ ਜਿਸ ਤਰੀਕੇ ਨਾਲ ਵੋਟਾਂ ਦੀ ਪੋਲਿੰਗ ਹੋਈ ਹੈ। ਤਾਂ ਉਹ ਅਕਾਲੀ ਦਲ ਵੀ ਚਾਹੇਗਾ ਕਿ ਇਸ ਤਰ੍ਹਾਂ ਦੇ ਇਸ਼ੂ ਚੱਕ ਕੇ ਦੁਬਾਰਾ ਸਰਵਾਈਵਲ ਵਾਸਤੇ ਚੱਲਿਆ ਜਾਵੇ, ਪਰੰਤੂ ਸਭ ਤੋਂ ਵੱਡੀ ਗੱਲ ਹੈ ਕਿ ਉਹ ਜੇਕਰ ਜਿਹੜੀਆਂ ਸੰਸਥਾਵਾਂ ਨੇ ਉਸ ਦੀ ਭਰੋਸੇਯੋਗਤਾ ਨੂੰ ਬਹਾਲ ਨਹੀਂ ਕਰਦੀਆਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਆਪ ਹੀ ਨਹੀਂ ਅਕਾਲ ਤਖਤ ਸਾਹਿਬ ਦੀ ਮੰਨ ਰਹੀ, ਕੋਈ ਗੱਲ ਹੈ। ਬਿਲਕੁਲ ਜੀ, ਤੁਸੀਂ ਜਿਹਦਾ ਜ਼ਿਕਰ ਕੀਤਾ ਹੈਗਾ ਆ ਉਹ ਟੀਵੀ ਚੈਨਲ ਦਾ ਜਾਂ ਹੋਰ ਕਈ ਇਸ਼ੂ ਨੇ ਜਿੱਥੇ ਸ਼੍ਰੋਮਣੀ ਕਮੇਟੀ ਆਪ ਹੀ ਉਹਨਾਂ ਦੀ ਗੱਲ ਨਹੀਂ ਮੰਨਦੀ, ਅਤੇ ਲੋਕਾਂ ਦੇ ਕੋਲ ਉਹਦੇ ਮੋਰਲ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਲੋਕਾਂ ਨੂੰ ਕਹੇ ਕਿ ਜਥੇਦਾਰ ਸਾਹਿਬ ਸਰਵੋਤਮ ਹੈ, ਇਹਦੀਆਂ ਗੱਲਾਂ ਮੰਨਿਆ ਕਰੋ। ਸੋ ਮੈਨੂੰ ਲੱਗਦਾ ਕਿ ਸਾਰਾ ਕੁਛ ਜਿਹੜਾ ਹੈ ਕਾਫੀ ਜਿਹੜਾ ਗੁੰਝਲਦਾਰ ਬਣ ਗਿਆ ਹੈਗਾ ਆ, ਦਿਨੇਦਾਰ ਹੋਰ ਜਿਹੜਾ ਆ ਉਹ ਉਲਝਣਾ ਪੈ ਰਹੀਆਂ ਨੇ ਸੁਲਝਣ ਦੀ ਬਜਾਏ। ਤੋ ਜਥੇਦਾਰ ਕਿਵੇਂ ਦਾ ਕੌਣ ਲਾਉਣਾ ਚਾਹੀਦਾ ਆ, ਇਹ ਤਾਂ ਬੜੀ ਮਤਲਬ ਇੱਕ ਮਰਿਆਦਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਦੀ ਬਣੀ ਹੈ। ਜਦੋਂ ਜਥੇਦਾਰ ਲਾਉਣਾ ਹੁੰਦਾ ਆ ਉਹ ਪੰਥ ਤੋਂ ਸੁਝਾਅ ਮੰਗੇ ਜਾਂਦੇ, ਪੰਥ ਸੰਸਥਾਵਾਂ ਤੋਂ, ਪੰਥ ਸੰਗਤਾਂ ਤੋਂ, ਕਿ ਉਹ ਤੁਸੀਂ ਸੁਝਾਅ ਦਿਓ ਕਿ ਜਥੇਦਾਰ ਲਾਉਣਾ ਆ। ਉਹ ਪੈਨਲ ਜਿਹੜੇ ਸੰਗਤਾਂ ਪੇਸ਼ ਕਰਦੀਆਂ ਨੇ ਕਿ ਫਲਾਣੇ ਦਾ ਰੱਖੋ, ਇਹਦੀ ਬਹੁਤ ਹੈ, ਅਤੇ ਉਹਦੇ ਵਿੱਚੋਂ ਇੱਕ ਪੈਨਲ ਬਣ ਕੇ ਫਿਰ ਸਿਲੈਕਸ਼ਨ ਹੋ ਜਾਂਦੀ ਹੈ ਕਿ ਪਹਿਲਾਂ ਥੋੜ੍ਹੇ ਬੰਦੇ ਸਿਲੈਕਟ ਕੀਤੇ ਜਾਂਦੇ, ਫਿਰ ਉਹਨਾਂ ਤੋਂ ਅਗਲੀ ਚੋਣ ਹੁੰਦੀ ਚਾਹੀਦੀ ਹੈ। ਪਰ ਉਹਦੇ ਵਿੱਚ ਸ਼ਮੂਲੀਅਤ ਪੰਥ ਦੀਆਂ ਉਹਨਾਂ ਜਿਹੜੀਆਂ ਸੰਸਥਾਵਾਂ ਦੀ ਹੋਣੀ ਚਾਹੀਦੀ ਹੈ ਜਿਹੜੀਆਂ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਸਰਵੋਤਮ ਮੰਨਦੀਆਂ ਨੇ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਚੋਣ ਹੋਣਾ ਆ, ਇਹਦੇ ਵਿੱਚ ਕਈ ਵਾਰੀ ਅਕਾਲ ਤਖਤ ਉਹ ਜਥੇਦਾਰ ਉਹ ਚੁਣ ਲਿਆ ਜਾਂਦਾ ਜਿਹੜੀਆਂ ਸੰਸਥਾਵਾਂ ਉਹਦੇ ਮਰਿਆਦਾ ਨੂੰ ਕਬੂਲ ਹੀ ਨਹੀਂ ਕਰਦੀਆਂ। ਸੋ ਇਹ ਇੰਨਾ ਕੁ ਧਿਆਨ ਰੱਖਣਾ ਚਾਹੀਦਾ। ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜੀ ਦਾ ਹਮੇਸ਼ਾ ਹੀ ਕਿ ਚੁੰਡੀ ਜੇ ਵੱਢ ਦਿੰਦੀ ਹੈ ਵੀ ਯਾਦ ਕਰਾ ਦਿੰਦੀ ਵੀ ਸਾਡੇ ਆਹ ਕੰਮ ਨੇ, ਪੰਥ ਦੇ ਲਈ ਆਹ ਕੁਛ ਹੋਣਾ ਚਾਹੀਦਾ, ਅਤੇ ਕਿ ਹੁਣ ਵੀ ਕੁਝ ਯਾਦ ਕਰਾਉਣ ਦੀ ਕੋਸ਼ਿਸ਼ ਕਰੇਗੀ, ਕੋਈ ਇਕੱਤਰਤਾ ਕਰਨ ਦੀ ਕੋਸ਼ਿਸ਼ ਕਰੇਗੀ, ਚੁੰਡੀ ਵੱਢੇਗੀ ਕੋਈ ਵੀ, ਤਾਂ ਜੋ ਪੰਥ ਦੇ ਵਿੱਚ ਜਿਹੜੀਆਂ ਕਿ ਕੁਝ ਜਿਹੜੇ ਰੁਕੇ ਕਾਰਜ ਨੇ ਉਹ ਅੱਗੇ ਚੱਲ ਸਕਣ। ਬਿਲਕੁਲ, ਅਸੀਂ ਗਾਏ ਬਗਾਏ ਕਹਿੰਦੇ ਹਾਂ। ਹੁਣ ਜੂਨ ਨੂੰ ਅਸੀਂ ਫਿਰ ਅਕਾਲ ਤਖਤ ਨੂੰ ਸਮਰਪਿਤ ਸਮਾਗਮ ਕਰਾਂਗੇ 3 ਜੂਨ ਨੂੰ, ਉੱਥੇ ਵੀ ਇਹ ਗੱਲ ਹੋਏਗੀ। 21 ਨੂੰ ਵੀ ਮੀਟਿੰਗ ਹੋ ਰਹੀ, ਉੱਥੇ ਵੀ ਗੱਲ ਹੋਏਗੀ। ਹਮੇਸ਼ਾ ਅਸੀਂ ਤਾਂ ਇਸ ਨੂੰ ਮੁੱਦਾ, ਜਿੰਨਾ ਚਿਰ ਮੁੱਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਹਦੀ ਆਵਾਜ਼ ਜਿਹੜੀ ਉਠਾਉਂਦੇ ਰਹਿਣਾ ਹੈ, ਸੰਗਤਾਂ ਨੂੰ ਜਿਹੜਾ ਆ ਆਪਣੇ ਵੱਲੋਂ ਜਿਹੜਾ ਆ ਉਹ ਸੁਚੇਤ ਕਰਨਾ ਆ। ਅੱਗੇ ਪੰਥ ਦੀ ਮਰਜ਼ੀ ਹੈ। ਬਿਲਕੁਲ ਜੀ।
ਸੋ ਬਹੁਤ ਬਹੁਤ ਧੰਨਵਾਦ ਡਾਕਟਰ ਖੁਸ਼ਹਾਲ ਸਿੰਘ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਜਿਹਦੇ ਵਿੱਚ ਗੱਲ ਕੀਤੀ ਗਈ ਕਿ ਪਰਨੀਤੀ ਚੋਪੜਾ ਤੇ ਰਾਘਵ ਚੱਡਾ ਦਾ ਜੋ ਰਿਸ਼ਤਾ ਹੋਇਆ, ਜਿਹੜੀ ਮੰਗਣੀ ਹੋਈ ਆ, ਉਹਦੇ ਵਿੱਚ ਜਥੇਦਾਰ ਸਾਹਿਬ ਪਹੁੰਚੇ ਆ ਤੇ ਕੀਰਤਨ ਵੀ ਹੋਇਆ ਤੇ ਉਸ ਤੋਂ ਬਾਅਦ ਕੀ ਕੁਝ ਜਿਹੜਿਆ ਕਿ ਰੌਲਾ ਚੱਲਿਆ, ਕੀ ਗੁੰਝਲ ਪੈਦਾ ਹੋਈ ਆ, ਉਸ ਨੂੰ ਸੁਲਝਾਉਣਾ ਵੀ ਚਾਹੀਦਾ। ਸੋ ਉਹਦੇ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ, ਉਹ ਡਾਕਟਰ ਖੁਸ਼ਹਾਲ ਸਿੰਘ ਨੇ ਬੜਾ ਬਾਖੂਬੀ ਦੱਸ ਦਿੱਤਾ ਹੈ। ਤੇ ਸੋ ਦਿਓ ਇਜਾਜ਼ਤ, ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।